350 करोड़ ਦੇ ਅਮਰੂਦਾਂ ਦੀ ਕੀ ਕਹਾਣੀ ਹੈ। ਕੌਣ ਪੰਜਾਬ ਦੇ 350 ਕਰੋੜ ਦੇ ਅਮਰੂਦ ਖਾ ਗਿਆ ਹੈ। ਅਮਰੂਦ ਜਿਹੜਾ ਫਲ ਹੈ ਉਹ ਵਿਟਾਮਿਨ ਅਤੇ ਖਣਿਜ ਦਾ ਵੱਡਾ ਸਰੋਤ ਮੰਨਿਆ ਜਾਂਦਾ ਹੈ। ਕਈ ਰੋਗਾਂ ਨੂੰ ਦੂਰ ਕਰਦਾ ਹੈ, ਕਈ ਬਿਮਾਰੀਆਂ ਤੋਂ ਬਚਾਉਣ ਦੇ ਲਈ ਇਹ ਸੰਜੀਵਨੀ ਬੂਟੀ ਦਾ ਕੰਮ ਕਰਦਾ ਹੈ। ਸ਼ੂਗਰ, ਕਬਜ਼, ਕੈਂਸਰ ਵਰਗੀ ਨਾਮੁਰਾਦ ਬਿਮਾਰੀ ਤੋਂ ਬਚਾਉਣ ਦੇ ਲਈ ਤਾਂ ਇਹ ਵਰਦਾਨ ਮੰਨਿਆ ਜਾਂਦਾ ਹੈ। ਪਰ ਤੁਹਾਨੂੰ ਸੁਣ ਕੇ ਹੈਰਾਨੀ ਹੋਵੇਗੀ ਕਿ ਪੰਜਾਬ ਦੇ ਵਿੱਚ ਇੱਕ ਅਜਿਹੇ ਅਮਰੂਦਾਂ ਦੇ ਬੂਟੇ ਵੀ ਲਾਏ ਗਏ ਸਨ ਜਿਸ ਦਾ ਮਕਸਦ ਰੋਗ ਨੂੰ ਦੂਰ ਕਰਨਾ ਨਹੀਂ ਬਲਕਿ ਲਾਲਚ ਦੀ ਮਿਠਾਸ ਘੋਲ ਕੇ ਕੈਂਸਰ ਵਰਗੇ ਭ੍ਰਿਸ਼ਟਾਚਾਰ ਦੀਆਂ ਸ਼ਾਖਾਵਾਂ ਨੂੰ ਹੋਰ ਫੈਲਾਉਣਾ ਸੀ। 350 ਕਰੋੜ ਦੇ ਭ੍ਰਿਸ਼ਟ ਅਮਰੂਦ ਦਾ ਸਵਾਦ ਚਖਣ ਦੇ ਵਿੱਚ ਕੁਝ ਲੋਕ ਕਾਮਯਾਬ ਵੀ ਹੋਏ, ਪਰ ਇਸ ਤੋਂ ਪਹਿਲਾਂ ਕਿ ਉਹ ਇਹਨਾਂ ਅਮਰੂਦਾਂ ਨੂੰ ਹਜ਼ਮ ਕਰਕੇ ਢਿੱਡ ਤੇ ਹੱਥ ਫੇਰਦੇ, ਵਿਜੀਲੈਂਸ ਨੇ ਇਹਨਾਂ ਦਾ ਸਵਾਦ ਹੀ ਖਰਾਬ ਕਰ ਦਿੱਤਾ। ਸਤਿ ਸ੍ਰੀ ਅਕਾਲ ਜੀ। ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਖਾਲਸ ਪ੍ਰਾਈਮ ਸਟੋਰੀ ਦੇ ਨਾਲ ਮੈਂ ਹਰਸ਼ਰਨ ਕੌਰ। ਜਿਨ੍ਹਾਂ ਲੋਕਾਂ ਦਾ ਪੰਜਾਬ ਵਿਜੀਲੈਂਸ ਬਿਊਰੋ ਨੇ ਹਾਜ਼ਮਾ ਖਰਾਬ ਕੀਤਾ ਹੈ ਉਹ ਕਾਫੀ ਰਸੂਖਦਾਰ ਨੇ, ਸਿਆਸੀ ਆਗੂ ਵੀ ਹਨ ਅਤੇ IAS PCS ਵਰਗੇ ਅਫਸਰਸ਼ਾਹੀ ਦੇ ਉਹ ਬਾਬੂ ਨੇ ਜਿਨ੍ਹਾਂ ਦੇ ਕੋਲੇ ਹਰ ਸਿਆਸੀ ਪਾਲਿਸੀ ਦਾ ਭੇਤ ਹੁੰਦਾ ਹੈ। ਤੇ ਇਹਨਾਂ ਭੇਤੀ ਬੰਦਿਆਂ ਨੇ ਭ੍ਰਿਸ਼ਟਾਚਾਰ ਦੇ ਅਮਰੂਦਾਂ ਦੇ ਰੁੱਖ ਖੜੇ ਕੀਤੇ ਤੇ ਫਿਰ ਜਦੋਂ ਪੱਕਿਆ ਫਲ ਤੋੜਨ ਦੀ ਵਾਰੀ ਆਈ ਤਾਂ ਸਾਰਿਆਂ ਨੇ ਅਜਿਹਾ ਝਪੱਟਾ ਮਾਰਿਆ ਕਿ ਇੱਕ ਵੀ ਅਮਰੂਦ ਨਹੀਂ ਬਚਿਆ, ਕਿਉਂਕਿ ਸਾਰਾ ਕੁਝ ਹੈ ਹੀ ਸਿਰਫ ਕਾਗਜ਼ਾਂ ਦੇ ਵਿੱਚ ਸੀ। ਤੇ ਬੜੀ ਹੈਰਾਨੀ ਦੀ ਗੱਲ ਹੈ ਕਿ ਇੰਨੇ ਕਰੋੜ ਦਾ ਅਮਰੂਦ ਕਾਗਜ਼ਾਂ ਦੇ ਵਿੱਚ ਲਈ ਤੁਰੇ ਫਿਰਦੇ ਰਹੇ, ਖਾਂਦੇ ਰਹੇ। ਕਾਗਜ਼ੀ ਅਮਰੂਦ ਨੇ ਜੇਬਾਂ ਨੋਟਾਂ ਦੇ ਨਾਲ ਭਰ ਦਿੱਤੀਆਂ ਸੀ, ਪਰ ਇੱਕ ਸ਼ਿਕਾਇਤ ਨੇ ਸਾਰਾ ਭੇਦ ਖੋਲ ਦਿੱਤਾ। ਹੁਣ ਹੌਲੀ-ਹੌਲੀ ਕਰਕੇ ਕਾਗਜ਼ੀ ਅਮਰੂਦਾਂ ਤੋਂ ਕਮਾਏ ਹੋਏ ਨੋਟ ਬਾਹਰ ਨਿਕਲ ਰਹੇ ਨੇ। ਅਮਰੂਦ ਤਾਂ ਨਕਲੀ ਸੀਗੇ ਪਰ ਨੋਟ ਅਸਲੀ ਕਮਾਏ। ਮੋਹਾਲੀ ਦੇ ਗਮਾਡਾ ਦੀ ਛਤਰ ਛਾਇਆ ਦੇ ਵਿੱਚ ਖੇਡਿਆ ਗਿਆ ਕਾਗਜ਼ੀ ਅਮਰੂਦਾਂ ਦੇ ਭ੍ਰਿਸ਼ਟ ਖੇਡ ਦੀਆਂ ਪਰਤਾਂ ਲਗਾਤਾਰ ਖੁੱਲ ਰਹੀਆਂ ਨੇ। PCS ਅਫਸਰਾਂ, ਪਟਵਾਰੀਆਂ ਤੇ ਹੋਰ ਰਸੂਖਦਾਰ ਅਫਸਰਾਂ ਦੀਆਂ ਲਗਾਤਾਰ ਗ੍ਰਿਫਤਾਰੀਆਂ ਹੋ ਰਹੀਆਂ ਨੇ। ਹੁਣ ਤੱਕ 20 ਜਣੇ ਗ੍ਰਿਫਤਾਰ ਹੋ ਚੁੱਕੇ ਨੇ ਤੇ ਕੋਈ ਛੋਟੇ-ਮੋਟੇ ਆਮ ਬੰਦੇ ਨਹੀਂ, ਅਫਸਰਸ਼ਾਹੀ ਦੇ ਨੇ। ਇਹਨਾਂ ਭ੍ਰਿਸ਼ਟ ਅਫਸਰਾਂ ਦੇ 350 ਕਰੋੜ ਦੇ ਅਮਰੂਦ ਘੁਟਾਲੇ ਦੇ ਰੋਲ ਬਾਰੇ ਵੀ ਤੁਹਾਨੂੰ ਇੱਕ-ਇੱਕ ਕਰਕੇ ਦੱਸਾਂਗੇ, ਪਰ ਪਹਿਲਾਂ ਦੱਸਦੇ ਹਾਂ ਕਿ ਅਮਰੂਦ ਘੁਟਾਲਾ ਹੈ ਕੀ ਸੀ। ਦਰਅਸਲ 2016 ਦੀ ਗੱਲ ਹੈ ਜਦੋਂ ਗਮਾਡਾ ਯਾਨੀ ਕਿ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਦੇ ਵੱਲੋਂ 에ਅਰਪੋਰਟ ਰੋਡ SAS ਨਗਰ ਯਾਨੀ ਕਿ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਦੇ ਨੇੜੇ ਐਰੋਟ੍ਰੋਪਲਸ ਪ੍ਰੋਜੈਕਟ ਦੇ ਲਈ ਜ਼ਮੀਨ ਐਕਵਾਇਰ ਕੀਤੀ ਗਈ ਸੀ। ਇਸ ਪ੍ਰੋਜੈਕਟ ਦੇ ਲਈ ਐਕਵਾਇਰ ਕੀਤੀ ਜ਼ਮੀਨ ਦਾ ਮੁਆਵਜ਼ਾ ਗਮਾਡਾ ਦੀ ਲੈਂਡ ਪੂਲਿੰਗ ਨੀਤੀ ਦੇ ਮੁਤਾਬਿਕ ਦਿੱਤਾ ਜਾਣਾ ਸੀ। ਇਸ ਪੂਰੇ ਪ੍ਰੋਜੈਕਟ ਦੇ ਤਹਿਤ ਪਿੰਡ ਬਾਕਰਪੁਰ ਦੇ ਨੇੜੇ 1700 ਏਕੜ ਜ਼ਮੀਨ ਐਕਵਾਇਰ ਕੀਤੀ ਜਾਣੀ ਸੀ। ਗਮਾਡਾ ਦੇ ਵਿੱਚ ਕੰਮ ਕਰਨ ਵਾਲੇ ਲਾਲਚੀ ਅਫਸਰਾਂ ਨੂੰ ਇਸ ਦੀ ਭਣਕ ਪਹਿਲਾਂ ਤੋਂ ਹੀ ਲੱਗ ਚੁੱਕੀ ਸੀ। ਉਹਨਾਂ ਦੇ ਸ਼ਾਤਰ ਦਿਮਾਗ ਦੇ ਵਿੱਚ ਪੂਰਾ ਪਲਾਨ ਤਿਆਰ ਵੀ ਹੋ ਚੁੱਕਿਆ ਸੀ। ਗਮਾਡਾ ਦੇ ਵਿੱਚ ਕੰਮ ਕਰਨ ਵਾਲੇ PCS ਤੇ IAS ਅਧਿਕਾਰੀਆਂ ਨੇ ਕੁਝ ਸਿਆਸੀ ਆਗੂਆਂ ਤੇ ਰਸੂਖਦਾਰ ਲੋਕਾਂ ਨੂੰ ਵੀ ਇਸ ਪਲਾਨ ਦੇ ਵਿੱਚ, ਬੇਈਮਾਨੀ ਵਾਲੇ ਪਲਾਨ ਦੇ ਵਿੱਚ ਸ਼ਾਮਲ ਕਰ ਲਿਆ। ਤੇ ਗਮਾਡਾ ਨੇ ਐਰੋਟ੍ਰੋਪੋਲਿਸ ਦੇ ਲਈ ਜਿਹੜੀ ਜ਼ਮੀਨ ਐਕਵਾਇਰ ਕਰਨੀ ਸੀ, ਪਲਾਨ ਮੁਤਾਬਿਕ ਡੀਲਰਾਂ ਦੇ ਨਾਲ ਮਿਲ ਕੇ ਗਮਾਡਾ ਦੇ ਕੁਝ ਅਧਿਕਾਰੀਆਂ ਨੇ ਉਸ ਨੂੰ ਖਰੀਦ ਲਿਆ ਜਾਂ ਫਿਰ ਖੇਤੀ ਕਰਨ ਦੇ ਲਈ ਠੇਕੇ ਤੇ ਲੈ ਲਿਆ। ਕਿਉਂਕਿ ਗਮਾਡਾ ਨੇ ਇਹ ਜ਼ਮੀਨ ਖਰੀਦਣੀ ਸੀ ਤੇ ਇਹਦੇ ਲਈ ਮੁਆਵਜ਼ਾ ਵੀ ਮੋਟਾ ਹੀ ਮਿਲਣਾ ਸੀ। ਅਫਸਰ ਤੇ ਉਹਨਾਂ ਦੇ ਮਿੱਤਰ ਫਰਜ਼ੀ ਕਿਸਾਨ ਬਣ ਗਏ। ਇਹਨਾਂ ਲੋਕਾਂ ਨੇ ਇਸ ਜ਼ਮੀਨ ਤੇ ਅਮਰੂਦਾਂ ਦੀ ਖੇਤੀ ਵਿਖਾਈ ਤਾਂ ਕਿ ਜ਼ਮੀਨ ਦੇ ਨਾਲ-ਨਾਲ ਅਮਰੂਦ ਦੇ ਬਾਗਾਂ ਦਾ ਵੀ ਮੁਆਵਜ਼ਾ ਮਿਲ ਸਕੇ। ਸੋਚ ਸਕਦੇ ਹੋ ਤੁਸੀਂ, ਦਿਮਾਗ ਹੈ ਜਿਹੜਾ ਸਹੀ ਪਾਸੇ ਚੱਲਣਾ ਸੀ, ਕਿਉਂਕਿ ਦਿਮਾਗ ਤਾਂ ਤੇਜ਼ ਹੀ ਹੁੰਦਾ। ਜਿਹੜਾ ਬੰਦਾ ਇੰਨੀ ਵੱਡੀ ਪ੍ਰੀਖਿਆ ਪਾਸ ਕਰਕੇ ਅਫਸਰ ਬਣਿਆ, IAS ਦੀ ਪ੍ਰੀਖਿਆ ਭਾਰਤ ਦੀ ਸਭ ਤੋਂ ਔਖੀ ਪ੍ਰੀਖਿਆ ਹੈ, ਉਹਦਾ ਦਿਮਾਗ ਤਾਂ ਹੋਊਗਾ ਹੀ, ਪਰ ਦਿਮਾਗ ਪੁੱਠੇ ਪਾਸੇ ਲੱਗ ਗਿਆ। ਇਹਦੇ ਵਿੱਚ ਉਹ ਕਾਮਯਾਬ ਵੀ ਰਹੇ। ਤਕਰੀਬਨ 350 ਕਰੋੜ ਦੇ ਅਮਰੂਦਾਂ ਦਾ ਮੁਆਵਜ਼ਾ ਤੈਅ ਹੋ ਗਿਆ। ਕਈ ਵੱਡੇ ਰਸੂਖਦਾਰ ਅਫਸਰਾਂ ਦੀਆਂ ਜੇਬਾਂ ਭਰ ਗਈਆਂ। ਸਿਰਫ ਇੰਨਾ ਹੀ ਨਹੀਂ, ਗਮਾਡਾ ਵੱਲੋਂ ਜਦੋਂ ਜ਼ਮੀਨ ਡਿਵੈਲਪ ਕਰਨ ਵਾਸਤੇ ਆਦੇਸ਼ ਜਾਰੀ ਕਰ ਦਿੱਤੇ ਗਏ ਤਾਂ ਵੀ ਉਸੇ ਜ਼ਮੀਨ ਦੀ ਰਜਿਸਟਰੀ ਹੁੰਦੀ ਰਹੀ ਜੋ ਕਿ ਨਿਯਮਾਂ ਦੇ ਖਿਲਾਫ ਸੀ। ਇਸ ਪੂਰੇ ਘੁਟਾਲੇ ਨੂੰ ਉਜਾਗਰ ਕਰਨ ਵਾਲੇ RTI ਕਾਰਕੁਨ ਸਤਨਾਮ ਸਿੰਘ ਦਾਊ ਨੇ ਸਾਡੇ ਨਾਲ ਖਾਸ ਗੱਲਬਾਤ ਕਰਦੇ ਹੋਏ ਅਹਿਮ ਜਾਣਕਾਰੀ ਸਾਂਝੀ ਕੀਤੀ। ਇਹ ਸਨ 2000 ਤੋਂ ਲੈ ਕੇ 2016 ਤੋਂ ਲੈ ਕੇ 2020 ਤੱਕ ਜਿਹੜਾ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ 에ਅਰਪੋਰਟ ਹੈ, ਇਹਦੇ ਨੇੜੇ ਪਿੰਡ ਬਾਕਰਪੁਰ ਤੇ ਹੋਰ ਕੁਝ ਪਿੰਡ ਹੈ, ਉੱਥੇ ਲਗਭਗ 1700 ਏਕੜ ਦੇ ਵਿੱਚ ਐਟਰੋਪੋਲਿਸ ਨਾਮ ਦਾ ਪ੍ਰੋਜੈਕਟ ਡਿਵੈਲਪ ਕਰਨਾ ਸੀ ਗਮਾਡਾ ਨੇ। ਜਿਸ ਕਾਰਨ ਕਿਸਾਨਾਂ ਕੋਲ ਜ਼ਮੀਨਾਂ ਜਿਹੜੀਆਂ ਲੈਣੀਆਂ ਸੀ ਗਮਾਡਾ ਨੇ, ਤਾਂ ਸਰਕਾਰੀ ਅਧਿਕਾਰੀ ਨੇ ਕੀ ਕੀਤਾ, ਡੀਲਰਾਂ ਨਾਲ ਮਿਲ ਕੇ ਉਹ ਜ਼ਮੀਨਾਂ ਖੁਦ ਖੇਤੀਬਾੜੀ ਲਈ ਠੇਕੇ ਤੇ ਲੈ ਲਈਆਂ ਤੇ ਠੇਕੇ ਤੇ ਲੈ ਕੇ ਉੱਥੇ 3-3 ਹਜ਼ਾਰ ਬੂਟੇ ਅਮਰੂਦ ਦੇ ਲਗਾ ਕੇ ਉਹਦਾ ਮੁਆਵਜ਼ਾ ਕਰੋੜਾਂ ਰੁਪਏ ਹਾਸਲ ਕਰ ਗਿਆ। ਕਿਉਂਕਿ ਜਦੋਂ ਕਿ ਸਰਕਾਰੀ ਮੁਆਵਜ਼ਾ 130 ਬੂਟਿਆਂ ਨੂੰ ਮਿਲ ਸਕਦਾ, ਇਸ ਕਰਕੇ ਕੁਝ ਹਜ਼ਾਰ ਕਰੋੜ ਦਾ ਸਕੈਮ ਇਹ ਹੋਇਆ। 300 ਕੁਝ ਕਰੋੜ ਦੀ FIR ਗਮਾਡਾ
ਜਿਹੜਾ ਇਹ ਸਕੈਮ ਦੀ ਦਰਜ ਹੋਈ ਹੈ। ਪੂਰੇ ਮੋਹਾਲੀ ਤੇ ਪੂਰੇ ਨਵੇਂ ਚੰਡੀਗੜ੍ਹ 'ਚ ਇਹ ਸਕੈਮ ਹੈਗਾ ਤੇ ਉਹ 'ਚ 20 ਬੰਦੇ ਜੇਲ੍ਹ 'ਚ ਹੈ। ਸਤਨਾਮ ਸਿੰਘ ਦਾਊ ਨੇ ਇਹ ਵੀ ਦੱਸਿਆ ਕਿ ਕੁਝ ਕੁ ਰਸੂਖਦਾਰ ਫਰਜ਼ੀ ਕਿਸਾਨਾਂ ਨੂੰ ਹੀ ਅਮਰੂਦਾਂ ਦਾ ਮੁਆਵਜ਼ਾ ਮਿਲਿਆ, ਜਿਨ੍ਹਾਂ ਨੇ ਸਿਰਫ ਕਾਗਜ਼ਾਂ ਦੇ ਵਿੱਚ ਹੀ ਅਮਰੂਦਾਂ ਦੇ ਬੂਟੇ ਲਾਏ ਸਨ। ਅਸਲੀ ਕਿਸਾਨਾਂ ਨੂੰ ਮੁਆਵਜ਼ਾ ਮਿਲਿਆ ਹੀ ਨਹੀਂ, ਕਿਉਂਕਿ ਉਹਨਾਂ ਨੇ ਗਮਾਡਾ ਦੇ ਅਧਿਕਾਰੀਆਂ ਨੂੰ ਰਿਸ਼ਵਤ ਨਹੀਂ ਦਿੱਤੀ ਸੀ। ਕਿਸਾਨਾਂ ਦੀ ਸ਼ਿਕਾਇਤ ਤੇ ਵਿਜੀਲੈਂਸ ਨੇ ਜਾਂਚ ਸ਼ੁਰੂ ਕੀਤੀ ਤਾਂ ਸਾਰਾ ਖੇਡ ਸਾਹਮਣੇ ਆਉਣਾ ਸ਼ੁਰੂ ਹੋ ਗਿਆ। ਆਰਟੀਆਈ ਕਾਰਕੁਨ ਸਤਨਾਮ ਸਿੰਘ ਮੁਤਾਬਿਕ ਫਰਜ਼ੀ ਅਫਸਰ ਕਿਸਾਨ, ਜਿਨ੍ਹਾਂ ਨੇ ਕਿਸਾਨ ਬਣ ਕੇ ਜ਼ਮੀਨ ਠੇਕੇ ਤੇ ਲੈ ਕੇ 1 ਏਕੜ ਦੇ ਵਿੱਚ 3000 ਅਮਰੂਦ ਦੇ ਬੂਟੇ ਦਿਖਾਏ ਸਨ ਤੇ ਕਰੋੜਾਂ ਦਾ ਮੁਆਵਜ਼ਾ ਲਿਆ, ਜਦਕਿ ਨਿਯਮਾਂ ਦੇ ਮੁਤਾਬਿਕ ਸਿਰਫ 130 ਬੂਟਿਆਂ ਦਾ ਹੀ ਮੁਆਵਜ਼ਾ ਮਿਲਣਾ ਸੀ। ਇਹਨਾਂ ਨੇ 130 ਦੇ 3000 ਬਣਾ ਦਿੱਤੇ। ਐਨਾ ਹੀ ਨਹੀਂ, 5500 ਰੁਪਏ ਇੱਕ ਬੂਟੇ ਦਾ ਮੁਆਵਜ਼ਾ ਦਿੱਤਾ ਗਿਆ, ਜਦਕਿ 2 ਤੋਂ 6 ਇੰਚ ਦੇ ਬੂਟੇ ਦੀ ਕੀਮਤ ਸਿਰਫ 50 ਰੁਪਏ ਸੀ। यानी कि कई हजार गुणा, दुगना तिगना चौगना 10 गुणा नहीं, कई हजार गुणा मुनाफा कमाया। छोटे बूटे नूं रुख दिखा के मोटा मुआवजा लिया ते पूरा खेड गमाडा ते बागवानी पटवारियां दी मिली भुगत दे नाल खेडिया गया। ਸਾਡੇ ਕੋਲ ਕੁਝ ਕਿਸਾਨ ਪਹੁੰਚੇ ਸੀ ਜਿਨ੍ਹਾਂ ਨੂੰ 1.5-2 ਲੱਖ ਰੁਪਏ ਕਿੱਲੇ ਦਾ ਮੁਆਵਜ਼ਾ ਵੀ ਨਹੀਂ ਮਿਲਿਆ, ਕਿਉਂਕਿ ਉਹਨਾਂ ਨੇ ਰਿਸ਼ਵਤਖੋਰੀ ਨਹੀਂ ਕੀਤੀ, ਉਹਨਾਂ ਨੇ ਪੈਸੇ ਨਹੀਂ ਦਿੱਤੇ ਗਮਾਡਾ ਦੇ ਅਧਿਕਾਰੀ ਨੂੰ, ਇਸ ਕਰਕੇ ਉਹਨਾਂ ਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ, ਜਦ ਕਿ ਉਹਦੇ ਗੁਆਂਢੀਆਂ ਨੂੰ ਕਰੋੜਾਂ ਰੁਪਏ ਮੁਆਵਜ਼ਾ ਮਿਲ ਗਿਆ ਸੀ। ਉਸ ਪਿੰਡ ਦੇ ਕੁਝ ਪੋਲੀਟੀਕਲ ਲੋਕ ਆ, ਉਹਨਾਂ ਨੂੰ ਵੀ ਕਈ 1.5 200 ਕਰੋੜ ਰੁਪਏ ਮੁਆਵਜ਼ੇ ਮਿਲੇ ਆ ਅਲੱਗ-ਅਲੱਗ ਸਕੈਮ ਦੇ ਵਿੱਚ। ਉਹ ਸਾਡੇ ਕੋਲ ਪਹੁੰਚੇ ਸੀ। ਉਸ ਤੋਂ ਬਾਅਦ ਅਸੀਂ ਆਪਣੇ ਪੱਧਰ ਤੇ ਇਨਵੈਸਟੀਗੇਸ਼ਨ ਕਰਕੇ ਇਹਦੀ ਸ਼ਿਕਾਇਤ ਕੀਤੀ ਸੀ। ਦੋ ਪਾਰਟੀ ਜਿਹਨੇ ਮੁਆਵਜ਼ਾ ਲਿਆ, ਇੱਕ ਕਿਸਾਨ ਜਿਹੜਾ ਜ਼ਮੀਨ ਦਾ ਮਾਲਕ ਹੈ, ਇੱਕ ਜਿਹਨੇ ਜਾਲੀ ਕਿਸਾਨ ਬਣ ਕੇ ਜ਼ਮੀਨ ਉੱਤੇ ਜਾਣਬੁੱਝ ਕੇ ਜਾਲੀ ਬੂਟੇ ਦਿਖਾਏ ਅਮਰੂਦ ਦੇ, ਤੇ ਉਹਨੇ ਬੂਟੇ ਨੂੰ ਅਮਰੂਦ ਦੇ ਨੂੰ 5500 ਰੁਪਏ ਇੱਕ ਬੂਟੇ ਦਾ ਮੁਆਵਜ਼ਾ ਹਾਸਲ ਕਰ ਲਿਆ, ਜਦ ਕਿ ਬੂਟੇ ਦੀ ਕੀਮਤ ਸੀਗੀ ਪਲਾਂਟ ਦੀ ਛੋਟੇ ਦੀ 2 ਤੋਂ 6 ਇੰਚ ਦੇ ਦੀ 50 ਰੁਪਏ। ਤੇ 50 ਰੁਪਏ ਦਾ ਬੂਟਾ ਲਗਾ ਕੇ ਉਹਨੂੰ ਵੱਡਾ ਦਰਖਤ ਦਿਖਾ ਦਿੱਤਾ ਗਿਆ ਪੇਪਰਾਂ 'ਚ। ਉਹ ਵੱਡੇ ਦਰਖਤ ਦੀ ਸਰਕਾਰੀ ਕੀਮਤ ਹੈ 5500 ਰੁਪਏ, ਤੇ 50 ਰੁਪਏ ਦਾ ਬੂਟਾ ਲਗਾ ਕੇ 5500 ਰੁਪਏ ਹਾਸਲ ਕੀਤੇ ਗਏ। ਦੂਜਾ ਲੱਗ ਸਕਦੇ 1 ਏਕੜ 'ਚ 130 ਬੂਟੇ ਤੇ ਲਗਾ ਦਿੱਤੇ ਗਏ 3000 ਪੇਪਰਾਂ 'ਚ। ਬੂਟੇ ਲੱਗੇ ਹੀ ਨਹੀਂ ਆ ਬਹੁਤੇ ਕਿਸਾਨ। ਵੱਡੀ ਗੱਲ ਇਹ ਹੈ ਕਿ ਆਖਿਰਕਾਰ ਅਮਰੂਦਾਂ ਦੀ ਖੇਤੀ ਹੀ ਕਿਉਂ ਐਕਵਾਇਰ ਕੀਤੀ ਜ਼ਮੀਨ ਤੇ ਦਿਖਾਏਗੀ, ਝੋਨੇ ਜਾਂ ਫਿਰ ਕਣਕ ਦੀ ਫਸਲ ਕਿਉਂ ਨਹੀਂ ਦਿਖਾਏਗੀ? ਇਸ ਦੇ ਪਿੱਛੇ ਵੀ ਵੱਡਾ ਕਾਰਨ ਹੈ। ਸਤਨਾਮ ਸਿੰਘ ਦਾਊ ਦੇ ਮੁਤਾਬਿਕ ਜੇ ਫਰਜ਼ੀ ਕਿਸਾਨ ਝੋਨੇ ਜਾਂ ਫਿਰ ਕਣਕ ਦੀ ਖੇਤੀ ਦਿਖਾਉਂਦੇ ਤਾਂ ਗਮਾਡਾ ਦੇ ਵੱਲੋਂ ਮੁਆਵਜ਼ਾ ਹੀ ਨਹੀਂ ਸੀ ਮਿਲਣਾ। ਇਹ ਵੀ ਇੱਕ ਵੱਡਾ ਧੱਕਾ ਹੈ ਇਸ ਸਿਸਟਮ ਦੇ ਵਿੱਚ। ਜੇ ਕਣਕ ਦਾ ਝੋਨਾ ਲਗਾਇਆ ਹੁੰਦਾ ਨਾ ਜਾਲੀ ਕਿਸਾਨਾਂ ਨੇ, ਤਾਂ ਕਣਕ ਦਾ ਝੋਨੇ ਦਾ ਮੁਆਵਜ਼ਾ ਨਹੀਂ ਮਿਲਣਾ ਸੀ। ਉਹ ਫਸਲ ਵੱਢ ਕੇ ਆਪਣੀ ਵੇਚ ਸਕਦੀ ਸੀ 2-4 ਮਹੀਨੇ ਬਾਅਦ। ਇਹਨਾਂ ਨੇ ਜਾਣ ਬੁੱਝ ਕੇ ਅਫਸਰਾਂ ਨੇ ਮਿਲੀ ਭੁਗਤ ਕਰਕੇ ਦਿਖਾਇਆ ਕਿ ਇੱਥੇ ਦਰਖਤ ਦਿਖਾ ਰਹੇ। ਅਸਲੀ ਹੀ ਸਕੈਮ ਹੈ ਸਾਰਾ। ਤੇ ਸੁਣ ਕੇ ਤੁਸੀਂ ਹੈਰਾਨ ਹੋਵੋਗੇ ਕਿ ਪੂਰੇ ਮਾਮਲੇ ਦੇ ਵਿੱਚ ਹੁਣ ਤੱਕ 20 ਅਫਸਰਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਤਾਜ਼ਾ ਗ੍ਰਿਫਤਾਰੀ PCS ਜਗਦੀਸ਼ ਸਿੰਘ ਜੌਲ ਦੀ ਹੋਈ ਹੈ, ਜੋ ਕਿ ਗਮਾਡਾ ਦੇ ਲੈਂਡ ਐਕੁਜੀਸ਼ਨ ਕਲੈਕਟਰ ਸਨ, ਜਿਨ੍ਹਾਂ ਦਾ ਪੂਰੇ ਘੁਟਾਲੇ ਦੇ ਵਿੱਚ ਇੱਕ ਵੱਡਾ ਰੋਲ ਸੀ। ਫੜੇ ਗਏ 2 ਰਿਟਾਇਰਡ ਪਟਵਾਰੀਆਂ ਨੇ ਜੌਲ ਤੇ ਦਬਾਅ ਪਾਉਣ ਦੇ ਗੰਭੀਰ ਇਲਜ਼ਾਮ ਵੀ ਲਾਏ ਸਨ। ਸਿਰਫ ਇੰਨਾ ਹੀ ਨਹੀਂ, ਜੌਲ ਨੇ ਚੀਫ ਐਡਮਿਨਿਸਟ੍ਰੇਟਰ ਆਫ ਗਮਾਡਾ ਦੇ 1 ਜੂਨ 2021 ਦੇ ਮੁਆਵਜ਼ਾ ਦੇਣ ਵਾਲੇ ਨਿਯਮਾਂ ਨੂੰ ਨਜ਼ਰਅੰਦਾਜ਼ ਕਰਕੇ ਕਈ ਫਰਜ਼ੀ ਕਿਸਾਨਾਂ ਨੂੰ ਕਰੋੜਾਂ ਦਾ ਫਾਇਦਾ ਪਹੁੰਚਾਇਆ ਸੀ। ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ PCS ਅਫਸਰ ਜੌਲ ਨੇ ਉਹਨਾਂ ਲੋਕਾਂ ਨੂੰ ਮੁਆਵਜ਼ੇ ਦੀ ਰਕਮ ਦਿੱਤੀ ਜਿਨ੍ਹਾਂ ਦਾ ਰੈਵਨਿਊ ਰਿਕਾਰਡ ਦੇ ਵਿੱਚ ਨਾਮ ਸ਼ੱਕ ਦੇ ਦਾਇਰੇ ਵਿੱਚ ਸੀ। ਗਮਾਡਾ ਦੀ LSE ਬ੍ਰਾਂਚ ਵਿੱਚ ਤੈਨਾਤ ਜਿਹੜੇ 2 ਰਿਟਾਇਰਡ ਪਟਵਾਰੀ ਸੁਰਿੰਦਰਪਾਲ ਸਿੰਘ ਅਤੇ ਦੂਜੇ ਦਾ ਨਾਮ ਵੀ ਸੁਰਿੰਦਰਪਾਲ ਹੈ, ਇਹਨਾਂ ਨੂੰ ਗ੍ਰਿਫਤਾਰ ਕੀਤਾ ਹੈ। ਉਹਨਾਂ ਨੇ ਦੱਸਿਆ ਕਿ ਅਸੀਂ ਪੇਮੈਂਟ ਫਾਰਮ ਨੂੰ ਸਰਟੀਫਾਈ ਕਰਨ ਤੋਂ ਇਨਕਾਰ ਕਰ ਦਿੱਤਾ ਸੀ, ਕਿਉਂਕਿ ਹਾਰਟੀਕਲਚਰ ਵਿਭਾਗ ਦੇ ਵੱਲੋਂ ਗਿਰਦੌਰੀ ਕੀਤੀ ਗਈ ਜ਼ਮੀਨ ਦੇ ਵਿੱਚ ਮੁਆਵਜ਼ਾ ਲੈਣ ਵਾਲੇ ਦਾ ਨਾਮ ਵੱਖ ਸੀ, ਜਦਕਿ ਜ਼ਮੀਨ ਦਾ ਅਸਲ ਮਾਲਕ ਕੋਈ ਹੋਰ ਸੀ। ਪਰ ਲੈਂਡ ਐਕੁਜੀਸ਼ਨ ਕਲੈਕਟਰ ਜਗਦੀਸ਼ ਸਿੰਘ ਜੌਲ ਨੇ ਇਹਨਾਂ ਪਟਵਾਰੀਆਂ ਤੇ ਕਹਿੰਦੇ ਦਬਾਅ ਪਾਇਆ ਕਿ ਹਾਰਟੀਕਲਚਰ ਵਿਭਾਗ ਦੀ ਰਿਪੋਰਟ ਨੂੰ ਮਨਜ਼ੂਰੀ ਦਿੱਤੀ ਜਾਵੇ, ਰੈਵਨਿਊ ਵਿਭਾਗ ਦੇ ਰਿਕਾਰਡ ਨੂੰ ਨਜ਼ਰਅੰਦਾਜ਼ ਕੀਤਾ ਜਾਵੇ, ਜਿਸ ਤੋਂ ਬਾਅਦ ਜੌਲ ਨੇ ਫੌਰਨ 124 ਕਰੋੜ ਰੁਪਏ ਵੱਖ-ਵੱਖ ਲੋਕਾਂ ਨੂੰ ਮੁਆਵਜ਼ੇ ਲਈ ਜਾਰੀ ਕਰ ਦਿੱਤੇ। ਇੰਨਾ ਹੀ ਨਹੀਂ, ਜੌਲ ਨੇ ਗਮਾਡਾ ਦੇ ਚੀਫ ਪ੍ਰਸ਼ਾਸਨਿਕ ਅਧਿਕਾਰੀ ਦੀਆਂ ਹਦਾਇਤਾਂ ਨੂੰ ਨਜ਼ਰਅੰਦਾਜ਼ ਕੀਤਾ। ਚੀਫ ਪ੍ਰਸ਼ਾਸਨਿਕ ਅਧਿਕਾਰੀ ਨੇ ਮੁਆਵਜ਼ਾ ਦੇਣ ਤੋਂ ਪਹਿਲਾਂ LSE ਹੋਣ ਦੇ ਨਾਤੇ ਜੌਲ ਨੂੰ ਖੁਦ ਅਮਰੂਦਾਂ ਦੇ ਬਾਗਾਂ ਦੇ ਵਿੱਚ ਸਰਵੇ ਕਰਨ ਦੇ ਨਿਰਦੇਸ਼ ਦਿੱਤੇ ਸਨ। ਹਦਾਇਤਾਂ ਮੁਤਾਬਿਕ ਜੌਲ ਨੂੰ ਖੁਦ ਜਾ ਕੇ ਗਿਰਦੌਰੀ ਦਾ ਰਿਕਾਰਡ ਚੈੱਕ ਕਰਨਾ ਸੀ ਕਿ ਅਮਰੂਦ ਦੇ ਰੁੱਖਾਂ ਦੀ ਉਮਰ ਕਿੰਨੀ ਹੈ, ਉਹ ਬੂਟੇ ਨੇ ਜਾਂ ਫਿਰ ਰੁੱਖ ਨੇ, ਉਸ ਦੇ ਹਿਸਾਬ ਦੇ ਨਾਲ ਹੀ ਮੁਆਵਜ਼ਾ ਤੈਅ ਕੀਤਾ ਜਾਣਾ ਸੀ। ਇਸ ਤੋਂ ਇਲਾਵਾ ਇਹ ਵੀ ਨਿਰਦੇਸ਼ ਦਿੱਤੇ ਗਏ ਸਨ ਕਿ ਮੁਆਵਜ਼ੇ ਵਾਲੀ ਪੂਰੀ ਜ਼ਮੀਨ ਦੀ ਡਰੋਨ ਮੈਪਿੰਗ ਕੀਤੀ ਜਾਵੇ, ਬਾਗਾਂ ਦੀ ਵੀਡੀਓਗ੍ਰਾਫੀ ਹੋਵੇ, ਪਰ ਸਾਰੀਆਂ ਚੀਜ਼ਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ। ਸਿਰਫ ਬਾਗਵਾਨੀ ਵਿਭਾਗ ਦੀ ਮਿਲੀਭੁਗਤ ਦੇ ਨਾਲ ਆਪਣੇ ਖਾਸ ਲੋਕਾਂ ਨੂੰ ਮੁਆਵਜ਼ਾ ਵੰਡ ਦਿੱਤਾ ਗਿਆ, ਜਿਨ੍ਹਾਂ ਦਾ ਨਾਮ ਲੈਂਡ ਰਿਕਾਰਡ ਦੇ ਵਿੱਚ ਦਰਜ ਹੀ ਨਹੀਂ ਸੀ।
ਤੇ ਗਿਰਦੌਰੀ ਕਰਨੀ ਵੀ ਕਾਦੀ ਸੀ, ਕਿਉਂਕਿ ਉੱਥੇ ਅਮਰੂਦਾਂ ਦੇ ਬਾਗ ਤਾਂ ਹੈ ਹੀ ਨਹੀਂ ਸੀ, ਬੂਟੇ ਬਹੁਤ ਥੋੜੇ ਸੀਗੇ। ਇਹਨਾਂ ਨੇ ਬਾਗ ਦਿਖਾ ਦਿੱਤਾ ਸੀ। ਜਿਨ੍ਹਾਂ ਰਸੂਖਦਾਰ ਲੋਕਾਂ ਨੂੰ ਮੁਆਵਜ਼ਾ ਵੰਡਿਆ ਗਿਆ ਉਹਦੇ ਵਿੱਚ ਨਿਸ਼ਾ ਗਰਗ, ਸ਼ੁਭਮ ਵਦਵਨ, ਬਿੰਦਰ ਸਿੰਘ, ਨੀਲਮ ਬਾਂਸਲ, ਕਿਰਨ ਬਾਂਸਲ, ਬਿਮਲਾ ਮਿੱਤਲ, ਚੇਸ਼ਟਾ, ਸੰਤੋਸ਼ ਕੁਮਾਰੀ, ਚੰਚਲ ਕੁਮਾਰ, ਅਨਿਲ ਕੁਮਾਰ ਬੱਤਰਾ, ਸੁਸ਼ੀਲ ਕੁਮਾਰ ਬੱਤਰਾ ਤੇ ਰਸ਼ਮੀ ਅਰੋੜਾ, ਇਹਨਾਂ ਸਾਰਿਆਂ ਦੇ ਨਾਮ ਸ਼ਾਮਲ ਨੇ। ਤੇ ਇਸ ਪੂਰੇ ਘੁਟਾਲੇ ਨੂੰ ਉਜਾਗਰ ਕਰਨ ਵਾਲੇ ਆਰਟੀਆਈ ਕਾਰਕੁਨ ਸਤਨਾਮ ਸਿੰਘ ਦਾਊ ਹੁਣ ਤੱਕ ਦੀ ਵਿਜੀਲੈਂਸ ਦੀ ਜਾਂਚ ਤੋਂ ਸੰਤੁਸ਼ਟ ਨੇ। ਉਹਨਾਂ ਨੇ ਦੱਸਿਆ ਕਿ ਹੁਣ ਤੱਕ 1700 ਏਕੜ ਐਕਵਾਇਰ ਜ਼ਮੀਨ ਦੇ ਵਿੱਚੋਂ 109 ਲੋਕਾਂ ਨੂੰ ਮੁਆਵਜ਼ਾ ਜਾਰੀ ਹੋਇਆ, ਜਿਨ੍ਹਾਂ ਦੇ ਵਿੱਚ 20 ਫਰਜ਼ੀ ਕਿਸਾਨਾਂ ਤੇ ਘੁਟਾਲਾ ਕਰਨ ਵਾਲੇ ਅਧਿਕਾਰੀਆਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਐਨੇ ਹੀ ਹੋਰ ਫਰਜ਼ੀ ਕਿਸਾਨਾਂ ਤੇ ਸ਼ਿਕੰਜਾ ਕੱਸਿਆ ਜਾ ਸਕਦਾ ਹੈ। ਸਤਨਾਮ ਸਿੰਘ ਨੇ ਦੱਸਿਆ ਕਿ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤੇ ਗਏ ਜਿਹੜੇ ਰਸੂਖਦਾਰ ਫਰਜ਼ੀ ਅਫਸਰਾਂ ਨੂੰ ਜ਼ਮਾਨਤ ਮਿਲੀ ਹੈ, ਉਹਨਾਂ ਨੂੰ ਅਦਾਲਤ ਨੇ ਇਸ ਸ਼ਰਤ ਤੇ ਹੀ ਬੇਲ ਦਿੱਤੀ ਹੈ ਕਿ ਉਹ 15% ਵਿਆਜ ਦੀ ਰਕਮ ਨਾਲ ਪੈਸੇ ਗਮਾਡਾ ਦੇ ਖਾਤੇ ਵਿੱਚ ਜਮ੍ਹਾਂ ਕਰਨਗੇ, ਜਿਸ ਦੀ ਵਜ੍ਹਾ ਕਰਕੇ 35 ਤੋਂ 37 ਕਰੋੜ ਰੁਪਏ ਦੀ ਮੁਆਵਜ਼ੇ ਦੀ ਰਕਮ ਵੀ ਵਾਪਸ ਆ ਚੁੱਕੀ ਹੈ। ਪਰ ਉਹਨਾਂ ਨੂੰ ਸਤਨਾਮ ਸਿੰਘ ਨੂੰ ਇੱਕ ਚੀਜ਼ ਦਾ ਮਲਾਲ ਵੀ ਹੈ ਕਿ ਜਿਹੜੇ IAS ਅਫਸਰਾਂ ਦੀ ਪਤਨੀ ਦੇ ਨਾਂ ਤੇ ਅਮਰੂਦਾਂ ਦੇ ਬਾਗ ਲਏ ਗਏ ਸਨ, ਉਹਨਾਂ ਦੀ ਹੁਣ ਤੱਕ ਗ੍ਰਿਫਤਾਰੀ ਨਹੀਂ ਹੋਈ ਹੈ। ਕੇਸ ਨਾਲ ਤਕਰੀਬਨ ਕਾਰਵਾਈ ਵਧੀਆ ਹੋ ਰਹੀ ਹੈ। ਕੁਝ ਕਰੋੜ ਰੁਪਇਆ, ਮੈਂ ਸੁਣਿਆ 35 ਤੋਂ 37 ਕਰੋੜ ਰੁਪਇਆ ਪੰਜਾਬ ਸਰਕਾਰ ਦੇ ਖਜ਼ਾਨੇ 'ਚ ਵਾਪਸ ਆ ਗਈਆਂ। ਕਿਉਂਕਿ ਜਿਹੜੀ ਕੋਰਟ ਨੇ ਜ਼ਮਾਨਤਾਂ ਇਸੇ ਸ਼ਰਤ ਤੇ ਦਿੱਤੀਆਂ ਕੁਝ ਬੰਦਿਆਂ ਨੂੰ ਕਿ ਪਹਿਲੇ 15% ਵਿਆਜ ਸਮੇਤ ਪੈਸੇ ਵਾਪਸ ਕਰੋ। ਇਹ ਤਾਂ ਹੈਗਾ ਇਹਦਾ ਪੋਜ਼ੀਟਿਵ ਪੱਖ। ਨੈਗੇਟਿਵ ਪੱਖ ਇਹ ਹੈ ਕਿ ਜਿਹੜੀ IAS ਆਫੀਸਰ 2 ਹੈ, ਉਹਨਾਂ ਦੀ ਪਤਨੀਆਂ ਦਾ ਵੀ ਉਹਨਾਂ ਨੇ ਮੁਆਵਜ਼ੇ ਹਾਸਲ ਕੀਤੇ ਆ, ਉਹਨਾਂ ਦੀ ਕੋਈ ਗ੍ਰਿਫਤਾਰੀ ਨਹੀਂ ਹੋਈ। ਇਹ ਨੈਗੇਟਿਵ ਪੱਖ ਹੈ। ਸਰਕਾਰ ਨੂੰ ਛੇਤੀ ਗ੍ਰਿਫਤਾਰ ਕਰਨਾ ਚਾਹੀਦਾ। ਜਿਹੜੇ IAS ਅਫਸਰ ਦੀ ਪਤਨੀ ਦਾ ਨਾਮ ਅਮਰੂਦ ਘੁਟਾਲੇ ਵਿੱਚ ਸਾਹਮਣੇ ਆ ਰਿਹਾ ਹੈ, ਉਸ ਦਾ ਨਾਮ ਹੈ IAS ਰਾਜੇਸ਼ ਤਿਮਾਨ। ਉਹਨਾਂ ਦੀ ਪਤਨੀ ਜਸਮੀਨ ਕੌਰ ਦੇ ਖਿਲਾਫ ਵਿਜੀਲੈਂਸ ਨੇ ਪਿਛਲੇ ਮਹੀਨੇ FIR ਤਾਂ ਦਰਜ ਕੀਤੀ ਹੈ, ਪਰ ਕੋਈ ਗ੍ਰਿਫਤਾਰੀ ਨਹੀਂ ਹੋਈ। ਵਿਜੀਲੈਂਸ ਮੁਤਾਬਿਕ ਜੈਸਮੀਨ ਕੌਰ ਉਹਨਾਂ ਮੁਲਜ਼ਮਾਂ ਦੇ ਵਿੱਚ ਸ਼ਾਮਲ ਹੈ ਜਿਨ੍ਹਾਂ ਨੇ ਅਮਰੂਦਾਂ ਦੇ ਬਾਗ ਵਿੱਚੋਂ ਕਰੋੜਾਂ ਦਾ ਮੁਆਵਜ਼ਾ ਹਾਸਲ ਕੀਤਾ। ਹੁਣ ਤੱਕ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਨੇ 86 ਕਰੋੜ ਦਾ ਮੁਆਵਜ਼ਾ ਹਾਸਲ ਕੀਤਾ ਸੀ, ਜਿਨ੍ਹਾਂ ਵਿੱਚ ਰਾਜੇਸ਼ ਧੀਮਾਨ ਦੀ ਪਤਨੀ ਜੈਸਮੀਨ ਕੌਰ ਦੇ ਖਾਤੇ ਵਿੱਚ 1 ਕਰੋੜ 17 ਲੱਖ ਰੁਪਏ ਆਏ ਸਨ। ਕੁਝ ਸਾਲ ਪਹਿਲਾਂ ਹੀ ਧੀਮਾਨ ਨੂੰ PCS ਤੋਂ IAS ਲਈ ਪ੍ਰਮੋਟ ਕੀਤਾ ਗਿਆ ਸੀ ਤੇ ਇਸ ਵਕਤ ਉਹ ਫਿਰੋਜ਼ਪੁਰ ਦੇ DC ਵਜੋਂ ਸੇਵਾਵਾਂ ਦੇ ਰਹੇ ਨੇ। ਰਾਜੇਸ਼ ਧੀਮਾਨ ਨੇ ਕਿਹਾ ਹੈ ਕਿ ਉਹਨਾਂ ਦੀ ਪਤਨੀ ਜੈਸਮੀਨ ਕੌਰ ਦੇ ਵੱਲੋਂ ਅਮਰੂਦਾਂ ਦੇ ਖੇਤਾਂ ਦੀ ਖਰੀਦ ਦੇ ਵਿੱਚ ਉਹਨਾਂ ਦੇ ਅਹੁਦੇ ਤੇ ਰਸੂਖ ਦਾ ਕੋਈ ਲੈਣਾ ਦੇਣਾ ਨਹੀਂ ਹੈ, ਯਾਨੀ ਕਿ ਜਿਹੜੇ ਅਮਰੂਦਾਂ ਦੇ ਖੇਤ ਖਰੀਦੇ ਨੇ ਉਹ ਉਹਨੇ ਆਪਣੇ ਆਪ ਖਰੀਦੇ ਨੇ। ਵਿਜੀਲੈਂਸ ਦੇ ਵੱਲੋਂ ਧੀਮਾਨ ਦੀ ਪਤਨੀ ਦੇ ਖਿਲਾਫ ਜਿਹੜਾ ਪਰਚਾ ਦਰਜ ਕੀਤਾ ਗਿਆ, ਉਸ ਦੇ ਮੁਤਾਬਿਕ ਗਮਾਡਾ ਦੇ ਵਿੱਚ ਰਾਜੇਸ਼ ਧੀਮਾਨ ਐਡੀਸ਼ਨਲ ਚੀਫ ਐਡਮਿਨਿਸਟ੍ਰੇਟਿਵ ਰਹੇ ਨੇ। ਇਹ ਉਸ ਵੇਲੇ ਦੀ ਗੱਲ ਹੈ ਜਦੋਂ 2016 ਦੇ ਵਿੱਚ ਐਰੋਟ੍ਰੋਪੋਲਿਸ ਪ੍ਰੋਜੈਕਟ ਦੇ ਲਈ 1700 ਏਕੜ ਜ਼ਮੀਨ ਐਕਵਾਇਰ ਕਰਨ ਦੀ ਚਰਚਾ ਚੱਲ ਰਹੀ ਸੀ। ਕਿਉਂਕਿ ਰਾਜੇਸ਼ ਧੀਮਾਨ ਗਮਾਡਾ ਦੇ ਵਿੱਚ 2018 ਤੱਕ ਰਹੇ ਸਨ, ਇਸ ਲਈ ਕਿਧਰੇ ਹੋਰ ਪੋਸਟਿੰਗ ਹੋਣ ਦੇ ਬਾਵਜੂਦ ਉਹਨਾਂ ਦਾ ਸਿੱਧਾ ਰਾਬਤਾ ਸੀਨੀਅਰ ਅਧਿਕਾਰੀਆਂ ਦੇ ਨਾਲ ਸੀ। ਬਾਕੀ ਜ਼ਮੀਨ ਐਕਵਾਇਰ ਕਰਨ ਦਾ ਫੈਸਲਾ ਤਾਂ ਉਹਨਾਂ ਦੇ ਗਮਾਡਾ ਦੇ ਕਾਰਜਕਾਲ ਦੌਰਾਨ ਹੀ ਹੋ ਗਿਆ ਸੀ। ਹਾਲਾਂਕਿ ਰਾਜੇਸ਼ ਧੀਮਾਨ ਸਪਸ਼ਟੀਕਰਨ ਦਿੰਦੇ ਨੇ ਕਿ ਗਮਾਡਾ ਦਾ ਜ਼ਮੀਨ ਐਕਵਾਇਰ ਕਰਨ ਦਾ ਐਲਾਨ ਤਤਕਾਲੀ ਮੰਤਰੀ ਨੇ ਕੀਤਾ ਸੀ। ਇਹਦੇ ਵਿੱਚ ਕੁਝ ਵੀ ਗੁਪਤ ਨਹੀਂ ਸੀ, ਸਭ ਦੇ ਸਾਹਮਣੇ ਸਾਰਾ ਕੁਝ ਸੀ। ਧੀਮਾਨ ਦਾ ਤਰਕ ਹੈ ਕਿ ਜਦੋਂ ਉਹਨਾਂ ਦੀ ਪਤਨੀ ਨੇ 2018 ਵਿੱਚ ਜ਼ਮੀਨ ਖਰੀਦੀ ਸੀ ਤਾਂ ਉਸ ਤੋਂ ਪਹਿਲਾਂ ਹੀ ਇਸ ਨੂੰ ਅਮਰੂਦਾਂ ਦੇ ਬਾਗ ਡਿਕਲੇਅਰ ਕਰ ਦਿੱਤਾ ਗਿਆ ਸੀ ਤੇ ਹਾਰਟੀਕਲਚਰ ਵਿਭਾਗ ਵੱਲੋਂ ਇਸ ਦੀ ਕੀਮਤ ਤੈਅ ਕੀਤੀ ਗਈ। ਦੂਸਰੇ ਪਾਸੇ ਸਤਨਾਮ ਸਿੰਘ ਦਾਊ ਇਸ ਦਾਅਵੇ ਦੇ ਉੱਤੇ ਸਵਾਲ ਚੁੱਕ ਰਹੇ ਨੇ। ਉਹਨਾਂ ਦਾ ਕਹਿਣਾ ਹੈ ਕਿ ਜਦੋਂ ਗਮਾਡਾ ਨੇ ਐਲਾਨ ਕਰ ਦਿੱਤਾ ਸੀ ਕਿ ਜ਼ਮੀਨ ਅਸੀਂ ਡਿਵੈਲਪ ਕਰਨ ਵਾਸਤੇ ਲੈਣੀ ਹੈ ਤਾਂ ਉਸ ਜ਼ਮੀਨ ਦੀ ਰਜਿਸਟਰੀ ਕਿਵੇਂ ਹੋਈ, ਜਦਕਿ ਨਿਯਮਾਂ ਦੇ ਮੁਤਾਬਿਕ ਜੇ ਗਮਾਡਾ ਜ਼ਮੀਨ ਐਕਵਾਇਰ ਕਰਨ ਦਾ ਫੈਸਲਾ ਕਰ ਲਵੇ ਤਾਂ ਰਜਿਸਟਰੀ ਨਹੀਂ ਹੋ ਸਕਦੀ। ਜ਼ਮੀਨ ਦਾ ਘੁਟਾਲਾ ਵੀ ਹੈਗਾ ਕਿਉਂਕਿ ਜਦੋਂ ਗਮਾਡਾ ਨੇ ਨੋਟਿਸ ਜਾਰੀ ਕਰ ਦਿੱਤਾ ਕਿ ਇਸ ਪਿੰਡ ਦੀ ਜ਼ਮੀਨ ਅਸੀਂ ਨਵਾਂ ਸੈਕਟਰ ਡਿਵੈਲਪ ਕਰਨ ਵਾਸਤੇ ਲੈਣੀ ਹੈ, ਉਸ ਤੋਂ ਬਾਅਦ ਜ਼ਮੀਨ ਦੀ ਕੋਈ ਰਜਿਸਟਰੀ ਨਹੀਂ ਹੋ ਸਕਦੀ। ਪਰ ਜਿਹੜੇ ਗਮਾਡਾ ਦੇ ਅਧਿਕਾਰੀ ਤੇ ਸਰਕਾਰੀ ਅਧਿਕਾਰੀ ਹੈ ਉਹਨਾਂ ਨੇ ਰਜਿਸਟਰੀਆਂ ਵੀ ਕਰਵਾਈਆਂ। ਇਹ ਜ਼ਮੀਨ ਦਾ ਘੁਟਾਲਾ ਹੈ। ਨੰਬਰ 1 ਸਤਨਾਮ ਸਿੰਘ ਨੇ ਕਿਹਾ ਹੈ ਕਿ ਹਾਲਾਂਕਿ ਵਿਜੀਲੈਂਸ ਸਿਰਫ ਬਾਗਾਂ ਦੇ ਘੁਟਾਲੇ ਦੀ ਜਾਂਚ ਕਰ ਰਹੀ ਹੈ, ਪਰ ਇਹ ਘੁਟਾਲਾ ਸਿਰਫ ਬਾਗਾਂ ਦਾ ਨਹੀਂ ਬਲਕਿ ਜ਼ਮੀਨ ਦੇ ਨਾਲ ਵੀ ਜੁੜਿਆ ਹੋਇਆ ਹੈ। ਉਹਨਾਂ ਦੱਸਿਆ ਕਿ ਗਮਾਡਾ ਨੇ ਕਿਸਾਨਾਂ ਨੂੰ 4840 ਗਜ਼ ਜ਼ਮੀਨ ਦੇ ਬਦਲੇ 1200 ਗਜ਼ ਜ਼ਮੀਨ ਦਿੱਤੀ, ਪਰ ਦਿੱਲੀ ਦੇ ਇੱਕ BJP ਆਗੂ ਨੂੰ 4800 ਗਜ਼ ਜ਼ਮੀਨ ਛੱਡ ਦਿੱਤੀ। ਸਿਰਫ ਇੰਨਾ ਹੀ ਨਹੀਂ, ਉਹਨਾਂ ਦੇ ਲਈ 23 ਏਕੜ ਜ਼ਮੀਨ ਨੂੰ ਗਮਾਡਾ ਦੇ ਨਕਸ਼ੇ ਚੋਂ ਬਾਹਰ ਹੀ ਕੱਢ ਦਿੱਤਾ ਕਿਉਂਕਿ ਉਸਨੇ ਹੋਟਲ ਬਣਾਉਣਾ ਸੀ। ਸਤਨਾਮ ਸਿੰਘ ਮੁਤਾਬਿਕ ਅਜਿਹੇ ਕਈ ਹੋਰ ਰਸੂਖਦਾਰ ਲੋਕ ਵੀ ਸਨ ਜਿਨ੍ਹਾਂ ਦੀ ਜ਼ਮੀਨ ਐਕਵਾਇਰ ਏਰੀਆ ਤੋਂ ਬਾਹਰ ਹੀ ਕੱਢ ਦਿੱਤੀ ਗਈ ਸੀ, ਜਦਕਿ ਗਰੀਬਾਂ ਦੀ ਜ਼ਮੀਨ ਉਸ ਏਰੀਆ ਦੇ ਵਿੱਚ ਪਾ ਦਿੱਤੀ ਗਈ। ਇਸ ਦੇ ਲਈ ਵੀ ਉਹ ਛੇਤੀ ਹੀ ਕਹਿੰਦੇ ਵਿਜੀਲੈਂਸ ਵਿੱਚ ਸ਼ਿਕਾਇਤ ਦਰਜ ਕਰਵਾਉਣਗੇ। ਇੱਕ ਦੂਜਾ ਘੁਟਾਲਾ ਹੋਰ ਹੈ ਅਮਰੂਦ ਬਾਗ ਸਕੈਮ ਤੋਂ ਇਲਾਵਾ। ਇੱਕ ਕਿੱਲੇ ਦੇ ਵਿੱਚ ਹੁਣ ਇਸੇ ਸਕੈਮ ਦਾ FIR ਤੋਂ ਅਲੱਗ ਹੈ, ਹੋ ਸਕਦਾ ਇਨਵੈਸਟੀਗੇਸ਼ਨ ਸ਼ਾਮਲ ਹੋ ਜਾਏ। ਮੇਰੇ ਵੱਲੋਂ ਨਵੀਂ ਕੰਪਲੇਂਟ ਵੀ ਦਿੱਤੀ ਹੋਈ ਹੈ। ਜਿਹੜਾ ਇੱਕ ਕਿਸਾਨ ਕੋਲ 4840 ਗਜ਼ ਹੁੰਦੇ ਇੱਕ
ਕਿੱਲੇ 'ਚ, ਉਹਨੂੰ ਤਾਂ 1200 ਗਜ਼ ਦਾ ਲੈਟਰ ਦੇਤਾ ਕਿ ਤੁਹਾਨੂੰ 1200 ਗਜ਼ ਜ਼ਮੀਨ ਮਿਲੇਗੀ, ਬਾਕੀ ਜ਼ਮੀਨ ਤਾਂ ਸਰਕਾਰ ਕੋਲ ਚਲੀ ਜਾਏਗੀ। ਪਰ ਜਿਹੜੇ ਰਸੂਖਦਾਰ ਬੰਦੇ ਆ ਉਹਨਾਂ ਨੂੰ 4800 ਦਾ 4800 ਗਜ਼ ਛੱਡ ਦਿੱਤਾ ਗਿਆ। ਉਹਦੇ ਵਿੱਚੋਂ ਦਿੱਲੀ ਦਾ ਇੱਕ ਬੀਜੇਪੀ ਨੇਤਾ ਹੈਗਾ, ਉਹਦੇ 23 ਏਕੜ ਛੱਡ ਦਿੱਤੇ ਗਏ ਹੋਟਲ ਬਣਾਉਣ ਲਈ, 5 ਸਟਾਰ ਹੋਟਲ ਬਣਾਉਣ ਲਈ। ਹੁਣ ਅਸੀਂ ਇਹ ਮੰਗ ਕਰਦੇ ਹਾਂ ਵੀ ਜੇ ਇੱਕ 23 ਏਕੜ ਇੱਕ ਬੀਜੇਪੀ ਦੇ ਨੇਤਾ ਨੂੰ ਛੱਡ ਸਕਦੇ ਤੁਸੀਂ, ਤਾਂ ਫਿਰ ਕਿਸਾਨ 1200 ਗਜ਼ ਕਿਉਂ ਲਏ ਇੱਕ ਕਿੱਲੇ 'ਚੋਂ? ਉਹ ਪੂਰਾ ਕਿੱਲਾ ਛੱਡੋ ਉਹਨੂੰ ਵੀ। ਹੁਣ 23 ਏਕੜ ਤਾਂ ਛੱਡ ਦਿੱਤੇ ਬੀਜੇਪੀ ਲੀਡਰ ਨੂੰ, ਉਹਦੇ ਆਧਾਰ 'ਤੇ ਕੁਛ ਬੰਦੇ ਕੋਰਟ ਦੇ ਵਿੱਚ ਚਲੇ ਗਏ, 25 ਏਕੜ ਉਹਨਾਂ ਨੂੰ ਛੱਡੇ ਗਏ, ਤੇ ਇੱਕ ਐਟਰੋਪੋਲਿਸ ਪ੍ਰੋਜੈਕਟ ਦਾ ਨਕਸ਼ਾ ਹੀ ਵਿਗਾੜ ਦਿੱਤਾ ਗਮਾਡਾ ਵਾਲਿਆਂ ਨੇ, ਕਿਉਂਕਿ ਕੁਝ ਹੋਰ ਨੇਤਾ ਸੀਗੇ ਪੋਲੀਟੀਕਲ ਬੰਦੇ, 18 ਏਕੜ ਉਹਨਾਂ ਨੂੰ ਛੱਡ ਦਿੱਤੇ ਗਏ। ਸਿਰਫ ਬਾਕਰਪੁਰ ਪਿੰਡ ਦੇ ਵਿੱਚ 60 ਏਕੜ ਜ਼ਮੀਨ ਗਮਾਡਾ ਨੇ ਜਿਹੜੇ ਰਸੂਖਦਾਰ ਬੰਦੇ ਨੇ ਅਕਵਾਇਰ ਨਹੀਂ ਕੀਤੀ, ਗਰੀਬ ਕਿਸਾਨਾਂ ਦੀ ਕਰ ਲਈ, ਤੇ ਉਹ ਖੇਤੀ ਵੀ ਨਹੀਂ ਕਰ ਸਕਦੇ। ਤੇ ਜਿਹੜੇ ਘਪਲੇਬਾਜ਼ ਉਹ ਕਰੋੜਾਂ ਰੁਪਏ ਮੁਆਵਜ਼ਾ ਵੀ ਲੈ ਗਏ ਫਸਲ ਦਾ, ਜਾਲੀ ਫਸਲ ਦਾ, ਅਮਰੂਦਾਂ ਦਾ, ਤੇ ਨਾਲ ਆਪਣੀ ਜ਼ਮੀਨ ਵੀ ਪ੍ਰੋਜੈਕਟ ਤੋਂ ਬਾਹਰ ਕਰਵਾ ਗਏ। ਉਹਦੀ ਵੀ ਸ਼ਿਕਾਇਤ ਹੈ ਮੇਰੇ ਵੱਲੋਂ। ਸਤਨਾਮ ਸਿੰਘ ਦਾਊ ਦਾ ਦਾਅਵਾ ਹੈ ਕਿ ਇਹ ਸਿਰਫ 1700 ਏਕੜ ਅਧੀਨ ਘੁਟਾਲਾ ਨਹੀਂ ਹੈ। ਜੇ ਵਿਜੀਲੈਂਸ ਪੂਰੇ ਮੁਹਾਲੀ ਤੇ ਨਿਊ ਚੰਡੀਗੜ੍ਹ ਦੀ ਜਾਂਚ ਕਰੇ ਤਾਂ ਅਰਬਾਂ ਦੇ ਘੁਟਾਲੇ ਦਾ ਖੁਲਾਸਾ ਹੋ ਸਕਦਾ ਹੈ। ਫਿਲਹਾਲ ਗਮਾਡਾ ਅਧੀਨ IAS, PCS, ਪਟਵਾਰੀਆਂ, ਬਾਗਬਾਨੀ ਮਹਿਕਮੇ ਦੇ ਭ੍ਰਿਸ਼ਟ ਅਧਿਕਾਰੀਆਂ ਨੇ ਸਿਆਸੀ ਆਗੂਆਂ ਦੀ ਸ਼ਹਿ ਦੇ ਨਾਲ ਜਿਹੜਾ ਅਮਰੂਦਾਂ ਦਾ ਸਵਾਦ ਵਿਗਾੜਿਆ ਹੈ ਉਹਦਾ ਹਿਸਾਬ ਤਾਂ ਵਿਜੀਲੈਂਸ ਲੈ ਰਹੀ ਹੈ। ਨੌਕਰੀ ਦੌਰਾਨ IAS ਅਧਿਕਾਰੀਆਂ ਨੂੰ ਜਿਹੜੀ ਭੇਦ ਗੁਪਤ ਰੱਖਣ ਦੀ ਅਹੁਦੇ ਦਾ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ ਜਾਂਦੀ ਹੈ, ਉਹਨਾਂ ਨੇ ਇਸ ਨੂੰ ਆਪਣੇ ਫਾਇਦੇ ਲਈ ਜਿਸ ਤਰੀਕੇ ਦੇ ਨਾਲ ਇਸਤੇਮਾਲ ਕੀਤਾ ਹੈ ਬਹੁਤ ਹੀ ਸ਼ਰਮਨਾਕ ਹੈ। ਅਸੀਂ ਨਹੀਂ ਕਹਿੰਦੇ ਕਿ ਹਰੇਕ ਅਫਸਰ ਹੀ ਇਸ ਤਰ੍ਹਾਂ ਬੇਈਮਾਨ ਹੁੰਦਾ ਹੈ, ਹਰੇਕ ਅਫਸਰ ਹੀ, ਹਰੇਕ ਅਧਿਕਾਰੀ ਹੀ ਭ੍ਰਿਸ਼ਟ ਹੈ, ਕਿਉਂਕਿ ਜਿਨ੍ਹਾਂ ਨੇ 350 ਕਰੋੜ ਦਾ ਭ੍ਰਿਸ਼ਟਾਚਾਰ ਕਰਨ ਵਾਲਿਆਂ ਨੂੰ ਫੜਿਆ ਉਹ ਵੀ ਤਾਂ ਅਫਸਰ ਹੀ ਨੇ, ਉਹ ਵੀ ਤਾਂ ਅਧਿਕਾਰੀ ਹੀ ਨੇ। ਸੋ ਇਮਾਨਦਾਰ ਵੀ ਹੁੰਦੇ ਨੇ, ਪਰ ਬੇਈਮਾਨੀ ਜ਼ਿਆਦਾ ਪਨਪ ਰਹੀ ਹੈ। ਸੋ ਜਿਨ੍ਹਾਂ ਨੇ ਕਾਰਵਾਈ ਕੀਤੀ ਹੈ ਉਹ ਵੀ IAS ਤੇ PCS ਨੇ। ਅਸੀਂ ਸਵਾਲ ਉਹਨਾਂ ਤੇ ਚੁੱਕ ਰਹੇ ਹਾਂ ਜਿਹੜੇ ਭ੍ਰਿਸ਼ਟ ਨੇ, ਜਿਨ੍ਹਾਂ ਨੇ ਭਾਰਤ ਦੀ ਸਭ ਤੋਂ ਔਖੀ ਪ੍ਰੀਖਿਆ ਪਾਸ ਕੀਤੀ, ਚੰਗਾ ਅਹੁਦਾ ਹਾਸਲ ਕਰਕੇ ਲੱਖਾਂ ਦੀ ਤਨਖਾਹ ਤੇ ਸਹੂਲਤਾਂ ਲੈ ਰਹੇ ਨੇ, ਪਰ ਫਿਰ ਵੀ ਉਹਨਾਂ ਦਾ ਢਿੱਡ ਕਿਉਂ ਨਹੀਂ ਭਰਦਾ, ਇਹ ਸਵਾਲ ਦੀ ਸਮਝ ਨਹੀਂ ਆਉਂਦੀ। ਪੈਸਾ ਕਿੰਨਾ ਕੁ ਜ਼ਿਆਦਾ ਅਹਿਮੀਅਤ ਰੱਖਦਾ ਹੁੰਦਾ ਹੈ ਇਹਦੀ ਸਮਝ ਨਹੀਂ ਆਉਂਦੀ ਕਿ ਇੱਜ਼ਤ ਨਾਲੋਂ ਪੈਸਾ ਵੀ ਵੱਡਾ ਹੁੰਦਾ ਹੈ। ਸਮਝ ਨਹੀਂ ਆਉਂਦੀ ਕਿਹੋ ਜਿਹੀ ਮਾਨਸਿਕਤਾ ਹੈ। ਸੋ ਇਹ ਤਾਂ ਸਿਰਫ ਮੁਹਾਲੀ ਦਾ ਅਮਰੂਦ ਘੁਟਾਲਾ ਹੈ। ਪੰਜਾਬ ਦੇ ਵਿੱਚ ਪਤਾ ਨਹੀਂ ਅਜਿਹੇ ਕਿੰਨੇ ਕੁ ਘੁਟਾਲੇ ਨੇ ਜਿਹੜੇ ਗਰੀਬ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਨੂੰ ਨਿਚੋੜ ਕੇ ਆਪਣੀਆਂ ਜੇਬਾਂ ਭਰ ਰਹੇ ਨੇ। ਖਾਲਸ ਪ੍ਰਾਈਮ ਸਟੋਰੀ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਛੇਤੀ ਹਾਜ਼ਰ ਹੋਵਾਂਗੇ ਇੱਕ ਹੋਰ ਸਟੋਰੀ ਦੇ ਨਾਲ। ਧੰਨਵਾਦ।